collected ₹30 each from everyone who wanted a sari. ਕਹਿੰਦੇ ਜਿਹੜੀ ਵੀ ਗਰਲ ਕਹਿ ਰਹੀ ਸੀ ਕਿ ਮੈਨੂੰ ਸਾੜੀ ਲਿਆ ਦੀ, ਮੈਂ ਉਹਨਾਂ ਤੋਂ 30 ਰੁਪੀਜ਼ ਕਲੈਕਟ ਕਰੀ ਗਈ. ਵੈਨ ਆਈ ਲੁੱਕ ਬੈਕ I feel like laughing at the reason for my going, but back then they seemed good enough to make the trip. ਕਹਿੰਦੇ ਆ ਕਿ ਜਦੋਂ ਮੈਂ ਆਪਣੀਆਂ ਪਿਛਲੀਆਂ ਗੱਲਾਂ ਨੂੰ ਯਾਦ ਕਰਦੀ ਹਾਂ ਜਾਂ ਸੋਚਦੀ ਹਾਂ ਤਾਂ ਕਹਿੰਦੇ ਮੈਨੂੰ ਹਾਸਾ ਆਉਂਦਾ ਕਿ ਮੈਂ ਜਾਣਾ ਤਾਂ ਕਿਸ ਕਾਰਨ ਸੀਗਾ, ਪਰ ਇੱਦਾਂ ਲੱਗਦਾ ਸੀਗਾ ਕਿ ਮੈਂ ਸਿਰਫ ਇੱਕ ਯਾਤਰਾ ਦੀ ਹੀ ਖੁਆਇਸ਼ ਰੱਖ ਰਹੀ ਹਾਂ, ਵੀ ਇੱਕ ਯਾਤਰਾ ਹੀ ਕਰਨ ਚੱਲੀ ਹਾਂ, ਕਿ ਮੇਰਾ ਮੇਨ ਪਰਪਸ ਤਾਂ ਕੁਛ ਹੋਰ ਸੀ, ਬਟ ਮੈਨੂੰ ਹਾਸਾ ਇਸ ਗੱਲ ਦਾ ਆਉਂਦਾ ਕਿ ਮੈਂ ਉਹਨੂੰ ਬਣਾ ਕਿਸੇ ਹੋਰ ਤਰੀਕੇ ਨਾਲ ਹੀ ਦਿੱਤਾ ਹੈ, ਜਿੱਦਾਂ ਘੁੰਮਣ ਫਿਰਨ ਦਾ ਸੀ ਹੀ ਸਿਰਫ ਟ੍ਰਿਪ ਹੋਵੇ. It was my first visit to Pune and I immediately fell in love with the city. ਕਹਿੰਦੇ ਜਿੱਦਾਂ ਹੀ ਮੈਂ ਪੂਨੇ 'ਚ ਜਾਂਦੀ ਹਾਂ, ਮੇਰੀ ਫਸਟ ਵਿਜ਼ਿਟ ਸੀਗੀ, ਇਮੀਡੀਏਟਲੀ ਹੁੰਦਾ ਜਲਦੀ ਹੀ ਮੈਂ ਪੂਨੇ ਸਿਟੀ ਦੇ ਨਾਲ ਕੀ ਹੋ ਜਾਂਦਾ, ਮੈਨੂੰ ਪਿਆਰ ਹੋ ਜਾਂਦਾ ਹੈ ਕਿ ਪੂਨੇ ਸਿਟੀ ਬਹੁਤ ਅੱਛੀ ਆ. To this day it remains dear to me. ਕਹਿੰਦੇ ਹਾਲੇ ਤੱਕ ਵੀ ਇਹ ਮੇਰੇ ਲਈ ਬੜੀ ਪਿਆਰੀ ਆ ਜਿੱਦਾਂ ਕਿ ਉਸ ਟਾਈਮ ਤੇ ਸੀ. I feel as much at home in Pune as I do in Hubli, my hometown. ਕਹਿੰਦੇ ਮੈਂ ਇੰਨੀ ਹੀ ਕੰਫਰਟੇਬਲ ਫੀਲ ਕਰ ਰਹੀ ਸੀ ਪੂਨੇ ਦੇ ਵਿੱਚ ਜਿੰਨੀ ਮੈਂ ਆਪਣੇ ਹੁਬਲੀ ਹੋਮ ਟਾਊਨ ਦੇ ਵਿੱਚ ਫੀਲ ਕਰਦੀ ਹਾਂ. The place changed my life in so many ways. ਕਹਿੰਦੇ ਪਲੇਸ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਤਰੀਕਿਆਂ ਦੇ ਨਾਲ ਬਦਲ ਦਿੱਤਾ. ਐਜ਼ ਡਾਇਰੈਕਟਰ, ਜਿਵੇਂ ਕਿ ਦੱਸਿਆ ਹੀ ਗਿਆ ਆ, I went to Telco's ਪਿੰਪਰੀ ਆਫਿਸ for the interview. ਕਹਿੰਦੇ ਮੈਂ ਪਿੰਪਰੀ ਆਫਿਸ ਦੇ ਵਿੱਚ ਗਈ ਟੈਲਕੋ ਦੇ ਇੰਟਰਵਿਊ ਦੇ ਲਈ. There were 6 people on a panel. ਪੈਨਲ ਹੁੰਦਾ ਲਾਈਕ ਇੱਕ ਰੂਮ, ਇੱਕ ਵਾਰਡ ਕਹਿ ਲਓ, ਮੇਨ ਇਹਦਾ ਮੀਨਿੰਗ ਆ ਵਾਰਡ. ਇੱਕ ਪੈਨਲ ਦੇ ਵਿੱਚ 6 ਜਿਹੜੇ ਆ ਲੋਕ ਬੈਠੇ ਸੀਗੇ. And I realized then that this was a serious business. ਉਦੋਂ ਹੀ ਕਹਿੰਦੇ ਮੈਨੂੰ ਪਤਾ ਲੱਗ ਗਿਆ ਕਿ ਇਹ ਤਾਂ ਬਿਜ਼ਨਸ ਬਹੁਤ ਹੀ ਸੀਰੀਅਸ ਆ, ਕਿ ਜਿਹਨੂੰ ਮੈਂ ਇੱਕ ਹਾਸੇ ਦੇ ਇੱਕ ਫਨੀ ਵੇ 'ਚ ਲੈ ਲਿਆ ਅਤੇ ਇੱਕ ਲੈਟਰ ਲਿਖ ਦਿੱਤੀ ਆ. ਕਹਿੰਦੇ ਉਦੋਂ ਮੈਨੂੰ ਰਿਅਲਾਈਜ਼ ਹੋਇਆ ਕਿ ਇਹ ਇੱਕ ਬਹੁਤ ਸੀਰੀਅਸ ਚੀਜ਼ ਆ. This is the girl who wrote to GRD. ਇਹ ਉਹ ਲੜਕੀ ਆ ਜਿਹਨੇ JRD ਨੂੰ ਲਿਖਿਆ. I heard somebody whisper as soon as I entered the room. ਜਿਵੇਂ ਹੀ ਕਹਿੰਦੇ ਮੈਂ ਰੂਮ ਦੇ ਵਿੱਚ ਐਂਟਰ ਹੁੰਦੀ ਹਾਂ ਤਾਂ ਮੈਨੂੰ ਇਹ ਲਾਈਨ ਸੁਣਨ ਨੂੰ ਮਿਲਦੀ ਆ ਕਿ ਇਹ ਉਹ ਲੜਕੀ ਆ ਬਈ ਜਿਹਨੇ JRD ਜੀ ਨੂੰ ਲੈਟਰ ਲਿਖਿਆ ਸੀ. By then I knew for sure that I would not get the job. ਕਹਿੰਦੇ ਉਸੇ ਟਾਈਮ ਮੈਨੂੰ ਰਿਅਲਾਈਜ਼ ਹੋ ਗਿਆ ਕਿ ਮੈਨੂੰ ਜੌਬ ਨਹੀਂ ਮਿਲਣੀ ਆ. The realization abolished all fear from my mind. Abolish ਹੁੰਦਾ ਖਤਮ ਹੋਣਾ, ਕਿ ਕਹਿੰਦੇ ਇਹੀ ਰਿਅਲਾਈਜ਼ੇਸ਼ਨ ਮੈਨੂੰ ਇਹ ਮਤਲਬ ਮਹਿਸੂਸ ਕਰਵਾਉਂਦੀ ਆ ਕਿ ਮੇਰੇ ਮਨ ਦੇ ਵਿੱਚ ਸਾਰੇ ਡਰ ਖਤਮ ਹੋ ਚੁੱਕੇ ਆ. I was rather cool while the interview was being conducted. ਕਹਿੰਦੇ ਮੈਂ ਸਮਾਂ ਹੋਰ ਵੀ ਕੂਲ ਹੋ ਗਈ ਕਿ ਮੈਂ ਆਪਣੀ ਜਿਹੜੀ ਇੰਟਰਵਿਊ ਆ ਇਹਨੂੰ ਕੰਡਕਟ ਕਰਨ ਦੇ ਲਈ, ਮੀਨਸ ਕਿ ਮੇਰੇ ਮਾਈਂਡ ਦੇ ਵਿੱਚ ਕੋਈ ਡਰ ਨਹੀਂ ਰਿਹਾ. ਕੂਲ ਇੱਕ ਨੋਰਮਲ ਹੋ ਗਈ ਮੈਂ, ਕਿ ਮੈਂ ਇੱਕ ਨੋਰਮਲ ਹੀ ਇੰਟਰਵਿਊ ਦੇਣ ਆਈ ਹਾਂ. ਅਤੇ ਜਦੋਂ ਜੋਬ ਤਾਂ ਦੇਣੀ ਨਹੀਂ, ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੇ ਮੈਨੂੰ ਜੋਬ ਤਾਂ ਦੇਣੀ ਨਹੀਂ ਹੈਗੀ ਆ, ਅਤੇ ਮੇਰਾ ਡਰ ਖਤਮ ਹੋ ਗਿਆ ਵੀ ਹਾਂ ਪਤਾ ਹੀ ਹੈ ਕਿ ਨਾ ਹੀ, ਇਸ ਲਈ ਉਹ ਕੌਨਫੀਡੈਂਟ ਹੋ ਜਾਂਦੇ ਹੋਰ ਵੀ ਜ਼ਿਆਦਾ. ਈਵਨ ਬਿਫੋਰ ਦਾ ਇੰਟਰਵਿਊ ਸਟਾਰਟਡ, ਜਦੋਂ ਇੰਟਰਵਿਊ ਸਟਾਰਟ ਹੁੰਦੀ ਆ ਉਸ ਤੋਂ ਪਹਿਲਾਂ ਆਈ ਰੈਕੋਨਡ ਦਾ ਪੈਨਲ ਵਾਜ਼ ਬਾਇਸਡ. ਤਾਂ ਕਹਿੰਦੇ ਮੈਂ ਮਨ 'ਚ ਰਾਏ ਬਣਾ ਲਈ ਸੀ. ਰੈਕੋਨਡ ਹੁੰਦਾ ਰਾਏ ਬਣਾਉਣੀ, ਸਲਾਹ ਬਣਾਉਣੀ ਜਾਂ ਧਾਰਨਾ ਕੁਛ ਚੀਜ਼ ਨੂੰ. ਕਹਿੰਦੇ ਮੈਂ ਰਾਏ ਬਣਾ ਲਈ ਕਿ ਪੈਨਲ ਜਿਹੜਾ ਆ ਬਾਇਸ ਸੀਗਾ. ਬਾਇਸ ਮਤਲਬ ਬਾਇਸ ਮੀਨਸ ਡਿਸਕ੍ਰਿਮੀਨੇਟ ਕਰਦਾ ਸੀ, ਕਿ ਪੱਖਪਾਤ ਸੀਗਾ, ਕਿ ਇੱਕ ਸਾਈਡ ਦੀ ਜ਼ਿਆਦਾ ਸਾਈਡ ਲੈ ਰਿਹਾ ਸੀ ਅਤੇ ਉਹ ਮੇਲਸ ਨੂੰ ਹੀ ਪ੍ਰੈਫਰ ਕਰਦੇ ਸੀ. ਮੈਨੂੰ ਕਹਿੰਦੇ ਇਹ ਰਿਅਲਾਈਜ਼ ਹੁੰਦਾ. ਸੋ ਆਈ ਟੋਲਡ ਦੈਮ ਰੈਦਰ ਇੰਪਲਾਈਟਲੀ. ਕਹਿੰਦੇ ਮੈਂ ਉਹਨਾਂ ਨੂੰ ਇੰਪਲਾਈਟਲੀ ਗੱਲ ਕੀਤੀ, ਮੈਂ ਉਹਨਾਂ ਨਾਲ. ਇੰਪਲਾਈਟਲੀ ਮੀਨਸ ਕਠੋਰਤਾ ਦੇ ਨਾਲ. ਆਈ ਹੋਪ ਦਿਸ ਇਜ਼ ਓਨਲੀ ਅ ਟੈਕਨੀਕਲ ਇੰਟਰਵਿਊ. ਕਹਿੰਦੇ ਮੈਂ ਉਹਨਾਂ ਨੂੰ ਕਠੋਰਤਾ ਦੇ ਨਾਲ ਆਹ ਲਾਈਨ ਬੋਲੀ ਆ, ਕਿਹੜੀ, ਜਿਹਦੇ ਵਿੱਚ ਡਬਲ ਕੋਮਾਜ਼ ਲੱਗੇ ਆ ਨਾ. ਆਈ ਹੋਪ ਦਿਸ ਇਜ਼ ਓਨਲੀ ਅ ਟੈਕਨੀਕਲ ਇੰਟਰਵਿਊ. They were taken aback by my rudeness. Aback
ਅਬੈਕ ਫਿਰ ਤੋਂ ਵਰਡ ਆ ਗਿਆ, ਅਬੈਕ ਮੀਨਸ ਸ਼ੌਕਡ। ਕਹਿੰਦੇ ਉਹ ਸ਼ੌਕਡ ਹੋ ਗਏ ਮੇਰੀ ਰੂਡਨੈਸ ਨੂੰ ਦੇਖ ਕੇ। ਐਂਡ ਈਵਨ ਟੂਡੇ ਆਈ ਐਮ ਅਸ਼ੇਮਡ ਅਬਾਊਟ ਮਾਈ ਐਟੀਟਿਊਡ। ਕਹਿੰਦੇ ਹਾਲੇ ਤੱਕ ਵੀ ਮੈਂ ਆਪਣੇ ਐਟੀਟਿਊਡ ਨੂੰ ਲੈ ਕੇ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੀ ਹਾਂ। ਦ ਪੈਨਲ ਆਸਕਡ ਮੀ ਟੈਕਨੀਕਲ ਕੁਐਸਚਨਸ, ਤੇ ਪੈਨਲ ਨੇ ਮੈਨੂੰ ਟੈਕਨੀਕਲ ਕੁਐਸਚਨਸ ਕੀਤੇ। ਐਂਡ ਆਈ ਆਨਸਰਡ ਆਲ ਆਫ ਦੈਮ, ਤੇ ਮੈਂ ਉਹਨਾਂ ਸਾਰਿਆਂ ਦੇ ਜਵਾਬ ਦੇ ਦਿੱਤੇ। Then an elderly gentleman with an affectionate voice told me, ਕਹਿੰਦੇ ਤਦ ਇੱਕ ਜੈਂਟਲਮੈਨ, ਉਹਨਾਂ ਦੇ ਵਿੱਚੋਂ ਜਿਹੜੇ ਸਿਆਣੀ ਉਮਰ ਦਾ ਕੋਈ ਵਿਅਕਤੀ ਹੋਊਗਾ, ਉਹਨਾਂ ਨੇ ਮੈਨੂੰ ਬੜੇ ਹੀ ਨਿਮਰਤਾ ਨਾਲ, ਬੜੇ ਹੀ ਪਿਆਰ ਨਾਲ ਮੈਨੂੰ ਕਿਹਾ, ਡੂ ਯੂ ਨੋ ਵਾਈ ਵੀ ਸੈਡ ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ। ਕੀ ਕਹਿੰਦੇ ਤੁਹਾਨੂੰ ਪਤਾ ਆ ਕਿ ਲੇਡੀ ਕੈਂਡੀਡੇਟਸ ਨੂੰ ਅਸੀਂ ਕਿਉਂ ਅਪਲਾਈ ਕਰਨ ਤੋਂ ਇਨਕਾਰ ਕਰਦੇ ਹਾਂ ਜਾਂ ਉਹਨਾਂ ਨੂੰ ਕਿਉਂ ਨਹੀਂ ਅਲਾਉ ਕਰਦੇ। ਅੱਛਾ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦੇਵਾਂ, ਜਿਨ੍ਹਾਂ ਦੇ ਵਿੱਚ ਜਿੱਦਾਂ ਡਬਲ ਕੋਮਾਸ ਲੱਗੇ ਹੁੰਦੇ ਆ ਨਾ, ਇਹ ਹੁੰਦੀਆਂ ਕਿ ਜਿੱਦਾਂ ਆਪਾਂ ਕਰਦੇ ਨਹੀਂ ਨਰੇਸ਼ਨ, ਕਿ ਕਿਸੇ ਬੰਦੇ ਨੇ ਉਹ ਲਾਈਨ ਬੋਲੀ ਆ, ਬੇਸਿਕਲੀ ਇਹ ਉਹ ਚੀਜ਼ ਹੀ ਹੁੰਦੀ ਆ, ਠੀਕ ਆ। ਸੋ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਰੀਡਿੰਗ ਟਾਈਮ ਇਹ ਚੀਜ਼ਾਂ ਮਾਈਂਡ 'ਚ ਰੱਖਣੀਆਂ ਹੁੰਦੀਆਂ। ਓਕੇ, the reason is that we have never employed any ladies on the shop floor. Shop floor means ਕਾਰਖਾਨੇ ਦੇ ਵਿੱਚ। ਕਹਿੰਦੇ ਸਿਰਫ ਇੱਕ ਹੀ ਰੀਜ਼ਨ ਇਹ ਆ ਕਿ ਅਸੀਂ ਕਦੇ ਵੀ ਕਿਸੇ ਲੇਡੀ ਇੰਪਲੋਏ ਨੂੰ ਨਹੀਂ ਰੱਖਿਆ ਆ ਸ਼ਾਪ ਫਲੋਰ 'ਤੇ ਕੰਮ ਕਰਨ ਦੇ ਲਈ, ਕਾਰਖਾਨੇ 'ਚ ਕੰਮ ਕਰਨ ਲਈ ਕਦੇ ਨਹੀਂ ਉਹਨਾਂ ਨੂੰ ਲੇਡੀਜ਼ ਨੂੰ ਰੱਖਿਆ। ਦਿਸ ਇਜ਼ ਨਾਟ ਅ ਕੋਐਡ ਕਾਲਜ, ਦਿਸ ਇਜ਼ ਅ ਫੈਕਟਰੀ। ਉਹਨਾਂ ਨੇ ਜਿਹੜੇ ਜੈਂਟਲਮੈਨ ਸੀਗੇ ਨਾ, ਐਲਡਰਲੀ ਜੈਂਟਲਮੈਨ, ਉਹ ਕਹਿੰਦੇ ਆ ਕਿ ਇਹ ਕੋਈ ਕੋਐਡ ਕਾਲਜ ਨਹੀਂ ਆ, ਲੜਕੇ ਲੜਕੀਆਂ ਦਾ ਸਕੂਲ ਨਹੀਂ ਆ, ਇਹ ਇੱਕ ਫੈਕਟਰੀ ਆ, ਇੱਥੇ ਕੰਮ ਕੀਤਾ ਜਾਂਦਾ, ਠੀਕ ਹੈ। ਵੈਨ ਇਟ ਕਮਸ ਟੂ ਐਕੈਡੈਮਿਕਸ ਯੂ ਆਰ ਅ ਫਸਟ ਰੈਂਕਰ ਥਰੂ ਆਊਟ ਮਤਲਬ ਯਾਨੀ ਕਿ ਹਮੇਸ਼ਾ ਹੀ ਆਉਂਦੀ ਰਹਿੰਦੀ ਆ। ਕਹਿੰਦੇ ਕਿ ਜਦੋਂ ਤੁਹਾਡੇ ਐਕੈਡੈਮਿਕਸ ਦੀ ਗੱਲ ਕਰੀਏ ਤਾਂ ਤੁਸੀਂ ਐਕੈਡੈਮਿਕਸ ਦੇ ਵਿੱਚ ਬਹੁਤ ਹੀ ਅੱਛੇ ਆਉਂਦੇ ਹੋ। ਇਹ ਗੱਲਾਂ ਸਾਰੀਆਂ ਜੈਂਟਲਮੈਨ ਨੇ ਕਹੀਆਂ। ਵੀ ਅਪਰੀਸ਼ੀਏਟ ਦੈਟ, ਕਹਿੰਦੇ ਅਸੀਂ ਇਸ ਚੀਜ਼ ਦੀ ਅਪਰੀਸ਼ੀਏਟ ਕਰਦੇ ਹਾਂ, ਪ੍ਰੇਜ਼ ਕਰਦੇ ਹਾਂ, ਮੀਨਸ ਕਿ ਅਸੀਂ ਇਹਨੂੰ ਬਹੁਤ ਗੁੱਡ ਮੰਨਦੇ ਹਾਂ ਕਿ ਤੁਸੀਂ ਅੱਛੀ ਐਕੈਡੈਮਿਕ ਦੇ ਵਿੱਚ ਹੋ। ਬਟ ਪੀਪਲ ਲਾਈਕ ਯੂ ਸ਼ੁੱਡ ਵਰਕ ਇਨ ਰਿਸਰਚ ਲੈਬੋਰੇਟਰੀਜ਼, ਪਰ ਤੁਹਾਡੇ ਵਰਗਿਆਂ ਨੂੰ ਕਹਿੰਦੇ ਲੈਬੋਰੇਟਰੀਜ਼ ਦੇ ਵਿੱਚ ਕੰਮ ਕਰਨਾ ਚਾਹੀਦਾ। ਨੈਕਸਟ ਪੈਰਾ, I was a young girl from a small town, Hubli. My world has been unlimited place. ਕਹਿੰਦੇ ਮੈਂ ਇੱਕ ਛੋਟੇ ਜਿਹੇ ਟਾਊਨ ਤੋਂ ਹੀ ਸੀ, ਹੁਬਲੀ ਤੋਂ, ਅਤੇ ਮੇਰੀਆਂ ਜਿਹੜੀਆਂ ਲਿਮੀਟੇਸ਼ਨਸ ਸੀਗੀਆਂ ਉਸ ਉਨੇ ਛੋਟੇ ਜਿਹੇ ਪਲੇਸ ਦੇ ਵਿੱਚ ਹੀ ਸੀ ਕਿ ਮੈਨੂੰ ਇੰਨਾ ਜ਼ਿਆਦਾ ਪਤਾ ਹੀ ਨਹੀਂ ਸੀ, ਮੈਨੂੰ ਬਹੁਤ ਥੋੜ੍ਹਾ ਪਤਾ ਸੀਗਾ ਇਹਨਾਂ ਚੀਜ਼ਾਂ ਬਾਰੇ, ਬਾਹਰ ਦੀ ਦੁਨੀਆ ਬਾਰੇ। I did not know the ways of large corporate houses and their difficulties, so I answered. ਕਹਿੰਦੇ ਕਿ ਮੈਨੂੰ ਇੰਨੀਆਂ ਜ਼ਿਆਦਾ ਉਦਯੋਗਿਕ ਥਾਵਾਂ ਬਾਰੇ, ਕਾਰਪੋਰੇਟ ਹਾਊਸਿਸ ਉਦਯੋਗਿਕ, ਜਿੱਥੇ ਕਿ ਕੰਮ ਕੀਤਾ ਜਾਂਦਾ, ਇੰਡਸਟਰੀ ਦੇ ਵਿੱਚ ਕੁਛ ਚੀਜ਼ਾਂ ਬਣਾਈਆਂ ਜਾਂਦੀਆਂ, ਕਹਿੰਦੇ ਮੈਨੂੰ ਇਹਨਾਂ ਚੀਜ਼ਾਂ ਦੀਆਂ ਡਿਫੀਕਲਟੀਜ਼ ਬਾਰੇ ਨਹੀਂ ਸੀ ਪਤਾ, ਇਸ ਲਈ ਮੈਂ ਉਹਨਾਂ ਨੂੰ ਉਸ ਟਾਈਮ 'ਤੇ ਜਵਾਬ ਦਿੱਤਾ। ਕੀ ਜਵਾਬ ਦਿੱਤਾ? ਬਟ ਯੂ ਮਸਟ ਸਟਾਰਟ ਸਮਵੇਅਰ, otherwise no woman will ever be able to work in your factories. ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕਦੇ ਨਾ ਕਦੇ ਤਾਂ ਸ਼ੁਰੂ ਕਰਨਾ ਹੀ ਪੈਣਾ ਆ, ਇੱਦਾਂ ਤਾਂ ਨਹੀਂ ਤਾਂ ਕਹਿੰਦੇ ਕਿ ਤੁਹਾਡੀ ਫੈਕਟਰੀਜ਼ ਦੇ ਵਿੱਚ ਕਦੇ ਕੋਈ ਵਿਮਨ ਕੋਈ ਫੀਮੇਲ ਕਦੇ ਕੰਮ ਹੀ ਨਹੀਂ ਕਰ ਪਾਊਗੀ, ਇਸ ਲਈ ਤੁਹਾਨੂੰ ਕਿਤੋਂ ਤਾਂ ਸਟਾਰਟਿੰਗ ਕਰਨੀ ਪਊਗੀ, ਰਾਈਟ। ਫਾਈਨਲੀ ਆਫਟਰ ਅ ਲੌਂਗ ਇੰਟਰਵਿਊ I was told I had been successful. ਕਹਿੰਦੇ ਇੱਕ ਲੰਬੀ ਇੰਟਰਵਿਊ ਤੋਂ ਬਾਅਦ ਮੈਨੂੰ ਕਿਹਾ ਗਿਆ ਆ ਕਿ ਮੈਂ ਕੀ ਹੋ ਗਈ ਹਾਂ, ਸਫਲ ਹੋ ਗਈ ਇੰਟਰਵਿਊ ਦੇ ਵਿੱਚ। ਸੋ ਦਿਸ ਵਾਜ਼ ਦੈਟ ਦ ਫਿਊਚਰ ਹੈਡ ਇਨ ਸਟੋਰ ਫॉर ਮੀ। ਕਹਿੰਦੇ ਇਹ ਕੀ ਚੀਜ਼ ਸੀਗੀ, ਇਹ ਕੀ ਸੀ, ਮੇਰਾ ਭਵਿੱਖ ਸੀ ਜਿਹੜਾ ਮੈਨੂੰ ਉਹਦੇ ਵਿੱਚ ਦਿਖ ਰਿਹਾ ਸੀ, ਨਜ਼ਰ ਆ ਰਿਹਾ ਸੀ ਉਸ ਟਾਈਮ 'ਤੇ। ਨੈਵਰ ਹੈਡ ਆਈ ਥੋਟ I would take up a job in Pune. ਮੈਂ ਕਹਿੰਦੇ ਕਦੇ ਨਹੀਂ ਥੋਟ ਕੀਤਾ, ਕਦੇ ਨਹੀਂ ਮੈਂ ਸੋਚਿਆ ਕਿ ਮੈਂ ਪੂਨੇ ਦੇ ਵਿੱਚ ਜੌਬ ਕਰਾਂਗੀ।
I met a shy young man from Karnataka there. We became good friends and we got married. ਕਹਿੰਦੇ ਮੈਂ ਇੱਕ ਸ਼ਾਏ ਹੁੰਦਾ ਸ਼ਰਮੀਲਾ, ਕਿ ਮੈਂ ਇੱਕ ਸ਼ਾਏ ਜਿਹੇ ਲੜਕੇ ਨੂੰ ਉੱਥੇ ਮਿਲੀ, ਸ਼ਾਏ ਜਿਹੇ ਜਵਾਨ ਇੱਕ ਲੜਕੇ ਨੂੰ ਮਿਲੀ ਜਿਹੜਾ ਕਿ ਕਰਨਾਟਕਾ ਦਾ ਸੀਗਾ। ਅਸੀਂ ਦੋਵੇਂ ਚੰਗੇ ਗੁੱਡ ਫਰੈਂਡ ਬਣ ਗਏ ਤੇ ਨਾਲ ਤੇ ਫਿਰ ਉਸ ਤੋਂ ਬਾਅਦ ਸਾਡੀ ਕੀ ਹੋ ਗਈ, ਮੈਰਿਜ। I was only after joining, sorry, it was only after joining Telco that I realized who JRD was, the uncrowned king of Indian industry। uncrowned king, ਦੇਖੋ ਕਿੰਨੀ ਵੱਡੀ ਗੱਲ ਕਹੀ ਉਹਨਾਂ ਨੇ। ਕਹਿੰਦੇ ਮੈਨੂੰ ਜਦੋਂ ਮੈਂ ਕਹਿੰਦੇ ਟੈਲਕੋ 'ਚ ਕੰਮ ਕਰਨਾ ਸ਼ੁਰੂ ਕੀਤਾ, ਮੈਨੂੰ ਉਸ ਤੋਂ ਬਾਅਦ ਹੀ ਪਤਾ ਲੱਗਾ ਕਿ JRD ਕੌਣ ਸੀ। JRD ਕੌਣ ਸੀ? ਅਨਕਰਾਊਂਡ ਕਿੰਗ ਆਫ ਇੰਡੀਅਨ ਇੰਡਸਟਰੀ। ਅਨਕਰਾਊਂਡ ਸਮਝਦੇ ਆ, ਬੇਤਾਜ, ਕਿੰਗ ਮਤਲਬ ਰਾਜਾ, ਕਿ ਇੱਦਾਂ ਦਾ ਰਾਜਾ ਜਿਹਦੇ ਸਿਰ ਤੇ ਸਾਨੂੰ ਤਾਜ ਲੱਗਾ ਨਹੀਂ ਨਜ਼ਰ ਆਉਂਦਾ, ਫਿਰ ਵੀ ਉਹ ਕੀ ਕਰ ਰਿਹਾ, ਰਾਜ ਕਰ ਰਿਹਾ ਸਾਰੀ ਇੰਡਸਟਰੀ ਦੇ ਉੱਤੇ, ਠੀਕ ਹੈ, ਸਾਰੀ ਇੰਡੀਅਨ ਇੰਡਸਟਰੀ ਦੇ ਉੱਤੇ। ਨਾਓ I was scared, ਕਹਿੰਦੇ ਹੁਣ ਮੈਂ ਘਬਰਾ ਗਈ, ਸਕੇਅਰ ਹੁੰਦਾ ਡਰਨਾ। But I did not get to meet him till I was transferred to Bombay। ਕਹਿੰਦੇ ਮੈਂ ਉਦੋਂ ਤੱਕ ਉਹਨਾਂ ਨੂੰ ਮਿਲੀ ਹੀ ਨਹੀਂ ਜਦੋਂ ਮੈਂ ਬੰਬੇ ਦੇ ਵਿੱਚ ਟ੍ਰਾਂਸਫਰ ਹੋ ਗਈ, ਮਤਲਬ ਕਿ ਉਹਨਾਂ ਦੀ ਮੁਲਾਕਾਤ ਬੰਬੇ ਦੇ ਵਿੱਚ ਹੋਈ ਹੋਏਗੀ। One day I had to show some reports to Mr. Mool Gokar, our chairman, who we all knew as SM। ਕਹਿੰਦੇ ਇੱਕ ਦਿਨ ਮੈਨੂੰ ਕਿਸੇ ਇੱਕ ਕੰਮ ਸੀ ਕਿ ਮੈਂ ਮਿਸਟਰ ਮੂਲ ਗੋਕਰ ਨੂੰ ਮਿਲਣਾ ਸੀ, ਉਹਨਾਂ ਨੂੰ ਰਿਪੋਰਟਸ ਦਿਖਾਉਣੀਆਂ ਸੀ ਜਿਹੜੇ ਕਿ ਸਾਡੇ ਚੇਅਰਮੈਨ ਸੀਗੇ। ਕਹਿੰਦੇ ਉਹਨਾਂ ਨੂੰ ਅਸੀਂ SM ਦੇ ਨਾਮ ਤੋਂ ਜਾਣਦੇ ਸੀ। ਨਾਓ ਨੈਕਸਟ ਪੇਜ। I was in his office on the first floor of Bombay House when suddenly JRD walked in। ਕਹਿੰਦੇ ਜਦੋਂ ਮੈਂ ਬੰਬੇ ਹਾਊਸ ਦੇ ਵਿੱਚ ਉਹਨਾਂ ਦੇ ਆਫਿਸ 'ਚ ਸੀ, ਦਫ਼ਤਰ 'ਚ ਸੀ, ਉਸ ਸਮੇਂ ਤੇ ਅਚਾਨਕ ਹੀ ਸਡਨਲੀ JRD ਜਿਹੜੇ ਆ ਉਹ ਆਫਿਸ ਦੇ ਅੰਦਰ ਆ ਗਏ। That was the first time I saw a APRO JRD। APRO means our, APRO means are in Gujarati, ਕਿ means ਉਹਨਾਂ ਨੂੰ APRO JRD ਕਹਿੰਦੇ ਸੀਗੇ, ਠੀਕ ਹੈ। This was the affectionate term by people at Bombay House called him। ਬੰਬੇ ਦੇ ਵਿੱਚ, ਬੰਬੇ ਹਾਊਸ ਦੇ ਵਿੱਚ ਲੋਕ ਉਹਨਾਂ ਨੂੰ ਐਪਰੋ JRD ਕਹਿ ਕੇ ਹੀ ਬੁਲਾਉਂਦੇ ਸੀਗੇ, ਕਿ ਇਹ ਐਪਰੋ ਦਾ ਮੀਨਿੰਗ ਹੁੰਦਾ ਅਵਰ, ਸਾਡਾ, ਠੀਕ ਹੈ। ਇਹ ਗੁਜਰਾਤੀ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਪਿਆਰ ਨਾਲ ਇੱਦਾਂ ਕਹਿੰਦੇ ਹੁੰਦੇ ਸੀਗੇ ਉਦੋਂ। I was feeling very nervous, remembering my postcard episode। SM introduced me nicely। Jay, that's what his close associates called him। This young woman is an engineer, and that too a postgraduate। She is the first woman to walk on the Telco shop floor। JRD looked at me। ਕਹਿੰਦੇ ਮੈਨੂੰ ਉਦੋਂ ਮਹਿਸੂਸ ਹੁੰਦਾ ਕਿ ਮੈਂ ਬਹੁਤ ਜ਼ਿਆਦਾ ਨਰਵਸ ਫੀਲ ਕਰ ਰਹੀ ਸੀਗੀ, ਤੇ ਮੈਨੂੰ ਯਾਦ ਆਇਆ ਕਿ ਮੈਂ ਪੋਸਟ ਕਾਰਡ ਵਾਲਾ ਕਾਂਡ ਵੀ ਕੀਤਾ ਸੀ ਉਹ। ਤੇ ਕਹਿੰਦੇ ਫਿਰ ਮੈਂ ਸਮਝਿਆ ਕਿ ਸੌਰੀ, ਫਿਰ SM ਨੇ ਕੀ ਕੀਤਾ, ਮੈਨੂੰ ਇੰਟਰੋਡਿਊਸ ਕਰਵਾਇਆ JRD ਦੇ ਨਾਲ, ਕਿ ਮੇਰੀ ਇੰਟਰੋਡਕਸ਼ਨ ਦਿੱਤੀ ਉਹਨਾਂ ਨੇ ਕਿ ਦੇਖੋ ਇਹ ਉਹ ਲੜਕੀ ਆ ਜਿਹੜੀ ਕੀ ਆ ਇੰਜੀਨੀਅਰ ਆ, ਤੇ ਪਹਿਲੀ ਵਾਰੀ ਜਿਹਨੇ ਟੈਲਕੋ ਸ਼ਾਪ ਫਲੋਰ ਦੇ ਉੱਤੇ ਕੰਮ ਕੀਤਾ, ਤੇ ਨਾਲ ਦੀ ਨਾਲ ਇਹ ਇੱਕ ਪੋਸਟ ਗ੍ਰੈਜੂਏਟ ਵੀ ਆ, ਮਤਲਬ ਕਿ ਅੱਛੀ ਉਹਨਾਂ ਨੇ ਉਹਨਾਂ ਦੀ ਇੰਟਰੋਡਕਸ਼ਨ JRD ਦੇ ਸਾਹਮਣੇ ਬਹੁਤ ਅੱਛੀ ਦਿੱਤੀ। ਨੈਕਸਟ ਕਹਿੰਦੇ I was praying ਸੌਰੀ ਆਹ ਲਾਈਨ ਮੈਂ ਮਿਸ ਕਰ ਗਈ। JRD looked at me, ਤੇ JRD ਮੇਰੇ ਵੱਲ ਦੇਖਣ ਲੱਗ ਪਏ। I was praying he would not ask me any question about my interview or the postcard that preceded it। preceded ਮਤਲਬ ਜਿਹੜੀ ਪਹਿਲਾਂ ਇੱਕ ਘਟਨਾ ਹੋ ਚੁੱਕੀ ਹੈ, proceed ਕਰਨਾ, ਜਿਹੜੀ ਘਟਨਾ ਪਹਿਲਾਂ ਵਾਪਰ ਚੁੱਕੀ ਹੈ ਉਹ। ਕਹਿੰਦੇ ਮੈਂ ਪ੍ਰੇ ਕਰਦੀ ਸੀਗੀ ਰੱਬ ਨੂੰ ਕਿ ਹੇ ਰੱਬ ਜੀ, ਕਿ ਇਹਨਾਂ ਨੂੰ ਇਹ ਮੈਨੂੰ ਕੋਈ ਕੁਐਸਚਨ ਨਾ ਪੁੱਛ ਲੈਣ ਮੇਰੀ ਇੰਟਰਵਿਊ ਦੇ ਬਾਰੇ, ਜਾਂ ਇਹਨਾਂ ਨੂੰ ਯਾਦ ਨਾ ਆ ਜਾਵੇ ਕਿ ਮੈਂ ਕਿੱਦਾਂ ਪੋਸਟ ਕਾਰਡ ਵਾਲਾ ਕਾਂਡ ਕੀਤਾ ਸੀਗਾ, ਤੇ ਮੀਨਸ ਕਿ ਮੈਂ ਆਪਣੇ ਵਿੱਚ ਕੋਈ ਇਨਸਲਟ ਨਾ ਮੇਰੀ ਕਿਸੇ ਤਰ੍ਹਾਂ ਹੋ ਜਾਵੇ, ਠੀਕ ਹੈ। ਕਿ ਇਹਨਾਂ ਗੱਲਾਂ ਨੂੰ ਉਹ ਸੋਚਦੀ ਸੀ ਕਿ ਮੀਨਸ ਇਹ ਨਾ ਡਿਸਕਲੋਜ਼ ਹੋਣ, ਨਾ ਹੀ ਇਹਨਾਂ ਨੂੰ ਯਾਦ ਆਵੇ ਤਾਂ ਬੈਟਰ ਆ। ਨੈਕਸਟ ਪੈਰਾਗ੍ਰਾਫ।
Close to 50% of the students in today's engineering college are girls. ਕਹਿੰਦੇ ਅੱਜ ਕੱਲ੍ਹ ਲਗਭਗ 50% ਤੱਕ ਲੜਕੀਆਂ ਇੰਜੀਨੀਅਰਿੰਗ ਕਾਲਜ ਦੇ ਵਿੱਚ ਪੜ੍ਹਦੀਆਂ ਨੇ। ਐਂਡ ਦੇਅਰ ਆਰ ਵੂਮਨ ਔਨ ਦਾ ਸ਼ੌਪ ਫਲੋਰ ਇਨ ਮੈਨੀ ਇੰਡਸਟਰੀ ਸੈਗਮੈਂਟਸ, ਕਿ ਬਹੁਤ ਸਾਰੇ ਸੈਗਮੈਂਟਸ ਦੇ ਵਿੱਚ, ਬਹੁਤ ਸਾਰੇ ਏਰੀਆਜ਼ ਦੇ ਵਿੱਚ ਕੀ ਆ, ਇੰਡਸਟਰੀਅਲ ਏਰੀਆਜ਼ ਦੇ ਵਿੱਚ ਹੁਣ ਲੜਕੀਆਂ ਨੂੰ, ਫੀਮੇਲਸ ਨੂੰ ਸ਼ੌਪ ਫਲੋਰ 'ਤੇ ਕੰਮ ਕਰਵਾਇਆ ਜਾਂਦਾ ਆ। I see these changes and I think of JRD। ਕਹਿੰਦੇ ਮੈਂ ਇਹਨਾਂ ਚੇਂਜਸ ਨੂੰ ਦੇਖਦੀ ਹਾਂ ਅਤੇ ਨਾਲੇ ਮੈਂ ਸੋਚਦੀ ਹਾਂ JRD ਦੇ ਬਾਰੇ। If at all time stops and asks me what I want from life, I would say I wish JRD were alive today to see how the company he started has grown। He would have enjoyed it wholeheartedly। ਕਹਿੰਦੇ ਮੈਂ ਜਿਹੜੇ ਸੁਧਾ ਮੂਰਤੀ ਆ, ਇਹ ਐਂਡ 'ਤੇ ਲਿਖਿਆ ਨਾ ਸੁਧਾ ਮੂਰਤੀ, ਇਹ ਸੁਧਾ ਮੂਰਤੀ ਜੀ ਨੇ ਚੈਪਟਰ ਲਿਖਿਆ ਆ। ਉਹ ਕਹਿੰਦੇ ਆ ਕਿ ਮੈਂ ਇਹਨਾਂ ਚੇਂਜਸ ਨੂੰ ਜਦੋਂ ਦੇਖਦੀ ਹਾਂ ਅਤੇ ਮੈਂ ਕੰਸੀਡਰ ਕਰਦੀ ਹਾਂ, ਮੈਂ ਸੋਚਦੀ ਹਾਂ JRD ਜੀ ਬਾਰੇ ਕਿ ਜੇਕਰ ਸਮਾਂ ਰੁਕ ਜਾਵੇ, ਲਿਖਿਆ ਨਾ ਇਫ ਐਟ ਆਲ ਟਾਈਮ ਸਟਾਪਸ, ਜੇਕਰ ਸਮਾਂ ਰੁਕ ਜਾਵੇ ਤਾਂ ਮੈਂ ਕਹਾਂ, ਤਾਂ ਮੈਂ ਮਤਲਬ ਕਿ ਜ਼ਿੰਦਗੀ ਤੋਂ ਮਤਲਬ ਮੰਗਾਂ ਇਹ ਚੀਜ਼ ਕਿ ਕਾਸ਼ JRD ਜੀ ਜਿਉਂਦੇ ਹੁੰਦੇ ਅਤੇ ਉਹ ਦੇਖ ਸਕਦੇ ਆਪਣੀ ਕੰਪਨੀ ਨੂੰ ਇੰਨਾ ਜ਼ਿਆਦਾ ਗਰੋ ਕਰਦਿਆਂ, ਅਤੇ ਉਹ ਵੀ ਦਿਲੋਂ ਖੁਸ਼ ਹੁੰਦੇ, ਬਹੁਤ ਜ਼ਿਆਦਾ ਹੈਪੀ ਹੁੰਦੇ, ਉਹ ਹੋਲ ਹਾਰਟਡਲੀ ਮਤਲਬ ਨਿੱਘੇ ਦਿਲੋਂ ਖੁਸ਼ ਹੁੰਦੇ। ਥੈਂਕ ਯੂ ਸੋ ਮਚ ਸਟੂਡੈਂਟਸ, ਤੁਸੀਂ ਮੇਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਆ। ਐਂਡ ਜੇਕਰ ਤੁਹਾਨੂੰ ਮੇਰੀ ਸਮਝਾਉਣ ਦਾ ਵੇ ਅੱਛਾ ਲੱਗਾ, ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਇਹਦੇ ਨਾਲ ਰਿਲੇਟਡ ਹੋਰ ਵੀ ਵੀਡੀਓਜ਼ ਆਇਆ ਕਰਨਗੀਆਂ। ਐਂਡ ਥੈਂਕ ਯੂ ਸੋ ਮਚ।